Dear students, let's read the chapter on saying please. This chapter is written by A.G. Gardiner. This chapter tells us about the value of good manners. Bad manners are antisocial, but they are not a crime in the eyes of law, and therefore the law does not permit us to hit back if we have been the victims of bad manners. ਇਹ ਸਾਰਾ ਪਾਠ ਇਸ ਘਟਨਾਕ੍ਰਮ ਦੇ ਆਲੇ ਦੁਆਲੇ ਘੁੰਮਦਾ ਹੈ ਕਿ ਜੇ ਤੁਹਾਡੇ ਕੋਲ ਸ਼ਿਸ਼ਟਾਚਾਰ ਨਹੀਂ ਹੈਗੇ, ਜੇ ਤੁਹਾਡੇ ਕੋਲ ਕਾਮਨ ਕਰਟਸੀਜ਼, ਇਸ ਚੈਪਟਰ ਦੇ ਵਿੱਚ ਵਾਰ-ਵਾਰ ਇੱਕ ਸ਼ਬਦ ਰਿਪੀਟ ਹੋਏਗਾ, ਦੈਟ ਇਜ਼ ਦ ਕਰਟਸੀਜ਼ ਆਫ ਡੇਲੀ ਲਾਈਫ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਿਹੜੀਆਂ ਕਰਟਸੀਜ਼ ਨੇ, ਜਿਨ੍ਹਾਂ ਨੂੰ ਅਸੀਂ ਕਾਮਨ ਸਿਵਿਲਿਟੀਜ਼ ਕਹਿੰਦੇ ਹਾਂ, ਆਮ ਸਧਾਰਨ ਜਨ ਸਧਾਰਨ ਦੀਆਂ ਅਕਲ ਵਾਲੀਆਂ ਗੱਲਾਂ, ਇਹਨਾਂ ਬਾਰੇ ਦੱਸਾਂਗੀ ਕਿ ਵਾਟ ਆਰ ਦ ਕਾਮਨ ਸਿਵਲ ਪ੍ਰੈਕਟਿਸ। ਦੈਟ ਇਜ਼ ਟੂ ਸੇ ਪਲੀਜ਼ ਐਂਡ ਥੈਂਕ ਯੂ। ਪਲੀਜ਼, ਸੌਰੀ, ਥੈਂਕ ਯੂ, ਇਹ ਉਹ ਸ਼ਬਦ ਨੇ ਜਿਹੜੇ ਤੁਹਾਡੀ ਜ਼ਿੰਦਗੀ ਦੀ ਮਸ਼ੀਨ ਨੂੰ ਆਇਲ ਕਰਦੇ ਨੇ। ਜੇ ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਤਾਂ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਡੀਜਨਰੇਸ਼ਨ ਆ ਜਾਏਗੀ। ਡੀਅਰ ਸਟੂਡੈਂਟਸ, ਇਹ ਜਿਹੜਾ ਐਸੇ ਹੈਗਾ ਜਦੋਂ ਸਟਾਰਟ ਹੁੰਦਾ ਤਾਂ ਸਭ ਤੋਂ ਪਹਿਲਾਂ ਉਹ ਐਗਜ਼ੈਂਪਲੀਫਾਈ ਕਰਦਾ। ਇੱਕ ਐਗਜ਼ਾਮਪਲ ਉਹ ਕੀ ਹੈ, ਮੈਂ ਤੁਹਾਨੂੰ ਕੋਟ ਕਰਦੀ ਹਾਂ। The young liftman in the city office who threw a passenger out of his lift the other morning was fined for the offence was undoubtedly in the wrong. It was question of please. The complainant entering the lift said top. The liftman demanded top please. कहानी इत्थों स्टार्ट होंदी है कि जदों पैसेंजर लिफ्ट विच आंदा ਉਹ आ के की कहंदा कि top, जद कि ये बोलना ਉਹਦਾ गलत सी, ਉਹਦਾ बोलना की सी टॉप प्लीज़। ਜਦੋਂ टॉप प्लीज़ नहीं कहता तो लिफ्टमैन ਨੂੰ गुस्सा आंदा, फिर की ਹੁੰਦਾ ਅੱਗੇ सुनो। And this concession being refused, he not only declined to comply with instructions but hurled the passenger out of the lift. ਇਹਦੇ ਦੁਆਲੇ ਕਹਾਣੀ ਘੁੰਮਦੀ ਹੈ। He hurled the passenger out of the lift. ਉਹਨੇ ਪੈਸੇਂਜਰ ਨੂੰ ਲਿਫਟ ਦੇ ਹੇਠਾਂ ਸੁੱਟ ਦਿੱਤਾ। This of course was carrying a comment on manners to further. ਅੱਗੇ ਹੁਣ ਇੱਥੋਂ ਚੈਪਟਰ ਦੀ ਸ਼ੁਰੂਆਤ ਹੋ ਜਾਂਦੀ ਹੈ ਕਿ ਕਿਹੜੀਆਂ ਡਿਸਕਰਟਸੀ ਐਂਡ ਕਰਟਸੀ, ਦੋ ਸ਼ਬਦ ਆਣੇ ਵਾਰ-ਵਾਰ। ਇੱਕ ਹੈਗਾ ਕਰਟਸੀ। ਕਰਟਸੀ ਕੀ ਹੈ? ਤੁਹਾਡੀ ਅਕਲਮੰਦੀ। ਡਿਸਕਰਟਸੀ ਕੀ ਹੈ? ਤੁਹਾਡੀ ਬੇਅਕਲਮੰਦੀ। ਡਿਸਕਰਟਸੀ ਇਜ਼ ਨਾਟ ਅ ਲੀਗਲ ਓਫੈਂਸ। ਇਹ ਜੇ ਕਿਸੇ ਨੂੰ ਅਕਲ ਨਾ ਹੋਏ, ਕੋਈ ਬੇਹੂਦਾ ਬੋਲਦਾ ਹੋਏ, ਇਹ ਕੋਈ ਕਾਨੂੰਨੀ ਅਪਰਾਧ ਨਹੀਂ ਹੈ। ਇਟ ਡਜ਼ ਨਾਟ ਐਕਸਕਿਊਜ਼ ਅਸੌਲਟ ਔਰ ਬੈਟਰੇ। If a burglar breaks into my house, ਜੇ ਕੋਈ ਚੋਰ ਮੇਰੇ ਘਰ ਦਾਖਲ ਹੁੰਦਾ ਹੈ, I knock him down, ਮੈਂ ਉਸਨੂੰ ਮਾਰ ਗਿਰਾਂਦਾ ਹਾਂ। The law will acquit me, and if I am physically assaulted, it will permit me to retaliate with reasonable violence. ਤੇ ਕਾਨੂੰਨ ਮੈਨੂੰ ਇਹਦੇ ਲਈ ਐਕੁਇਟ ਕਰਦਾ ਹੈ। ਤੇ ਫਿਰ ਕੀ ਹੈ? ਜੇ ਉਹ ਮੈਨੂੰ ਸਰੀਰਕ ਤੌਰ 'ਤੇ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਮੈਨੂੰ ਰਿਟਾਲੀਏਟ ਕਰਨ ਦੀ, ਹੁਣ ਇੱਥੇ ਸ਼ਬਦ ਹੈ ਰਿਟਾਲੀਏਟ। ਰਿਟਾਲੀਏਟ ਕੀ ਹੁੰਦਾ? ਹਮਲਾ ਕਰਨਾ। ਜੇ ਚੋਰ ਮੇਰੇ ਘਰ ਵੜਦਾ ਤਾਂ ਮੈਨੂੰ ਉਹਦੇ 'ਤੇ ਹਮਲਾ ਕਰਨ ਦੀ ਰੀਜ਼ਨੇਬਲ ਵਾਇਲੈਂਸ ਜਿਹੜੀ ਹੈਗੀ ਹੈ ਉਹ ਕਿਵੇਂ ਮਿਲਦੀ ਹੈ? ਇਟ ਡਜ਼ ਦਿਸ ਬਿਕਾਜ਼ ਦ ਬਰਗਲਰ ਐਂਡ ਮੀ assailant have broken quite definite commands of law, but no legal system could attempt to legislate against bad manners or could sanction the use of violence against something which it does not itself recognize as a legally punishable offense. ਹੁਣ ਇਸ ਪਾਠ ਵਿੱਚ ਦੱਸਣ ਦਾ ਇਹ ਯਤਨ ਕੀਤਾ ਕਿ ਲੀਗਲੀ ਕਿਹੜੇ ਪਨਿਸ਼ੇਬਲ ਓਫੈਂਸ ਹੈ। ਜੇ ਕੋਈ ਤੁਹਾਡੇ ਨਾਲ ਵਾਇਲੈਂਸ ਕਰਦਾ ਤਾਂ ਉਹ ਪਨਿਸ਼ੇਬਲ ਅਫੈਂਸ ਹੈ, ਬਟ ਜੇ ਕੋਈ ਤੁਹਾਨੂੰ ਸ਼ਿਸ਼ਟਾਚਾਰਾਂ ਦੀ ਵਰਤੋਂ ਤੁਹਾਡੇ ਨਾਲ ਨਹੀਂ ਕਰਦਾ, ਤੁਹਾਡੇ ਨਾਲ ਬਦਤਮੀਜ਼ੀ ਨਾਲ ਬੋਲਦਾ, ਉਹਦੇ ਲਈ ਤਾਂ ਕਾਨੂੰਨ ਕੁਝ ਨਹੀਂ ਕਰ ਸਕਦਾ। ਇਹ ਤੁਹਾਡੀ ਡਿਸਕਰਟਸੀ ਹੈ, ਇਹ ਤੁਹਾਡਾ ਲੀਗਲ ਓਫੈਂਸ ਨਹੀਂ ਹੈ, ਬਟ ਇਹ ਤੁਸੀਂ ਸਮਾਜ ਦੇ ਵਿੱਚ ਕੀ ਗਰਦਾਨੇ ਜਾਂਦੇ ਹੋ? ਡਿਸਕਰਟਸੀ ਦੇ ਨਾਲ ਜਾਣੇ ਜਾਂਦੇ ਹੋ ਕਿ ਇਸ ਬੰਦੇ ਨੂੰ ਸ਼ਿਸ਼ਟਾਚਾਰਾਂ ਦੀ ਘਾਟ ਹੈਗੀ ਹੈ। ਹੁਣ ਅੱਗੇ ਕਹਿੰਦਾ ਕਿ ਪਲੀਜ਼ ਐਂਡ ਜਿਹੜਾ ਹੈਗਾ ਥੈਂਕ ਯੂ, ਇਹ ਬੜੇ ਇੰਪੋਰਟੈਂਟ ਸ਼ਬਦ ਨੇ।
come to your page number 52 on your text books. ਇੱਥੇ ਅੱਗੇ ਇੱਕ ਪਲੇ ਦੀ ਇੱਕ ਉਹ ਲੈਂਦਾ ਹੈਗਾ ਐਗਜ਼ਾਮਪਲ ਰਾਈਟਰ ਇੱਥੇ ਇੱਕ ਸ਼ੈਰੀਡਨ ਦਾ ਪਲੇ ਹੈਗਾ ਉਸ ਪਲੇ ਦੇ ਵਿੱਚੋਂ ਇੱਕ ਐਗਜ਼ਾਮਪਲ ਲੈਂਦਾ ਸਾਨੂੰ ਕੋਟ ਕਰਦਾ ਹੈਗਾ ਆ ਕਿ ਇੱਕ ਵਿਸ਼ੀਅਸ ਇਹਦੇ ਵਿੱਚ ਇੱਕ ਵਾਰ ਸ਼ਬਦ ਰਿਪੀਟ ਹੋਏਗਾ ਤੁਹਾਡੇ ਕੁਐਸਚਨਸ ਵਿੱਚ ਵੀ ਆਏਗਾ ਕਿ ਵਿਸ਼ੀਅਸ ਸਰਕਲ ऑफ डिसकर्टसी दुश्वार चक्कर की होंदा है दुश्वारी वाला चक्कर जिहड़ी गल वार अक्कर हुंदी है किवें अक्कर हुंदी है वो शैरिडन दा जिहड़ा प्ले हैगा उहदे विचों कोट करदा हैगा व्हेन पेज नंबर 52 पैसेज सेकंड व्हेन सर एंटनी एब्सोल्यूट बुलीड कैप्टन एब्सोल्यूट कहंदा इस प्ले दे विच जदों असीं ये प्ले देखदे हां ਤੇ ਸਾਨੂੰ ਇੱਕ ਇਹਦਾ ਕੈਰੈਕਟਰ ਹੈਗਾ ਇੱਕ ਇਹਦੇ ਵਿੱਚ ਕਿਰਦਾਰ ਹੈਗਾ ਸਰ ਐਂਟਨੀ ਐਬਸੋਲੂਟ ਕਿਹਨੂੰ ਬੁਲੀ ਕਰਦਾ ਕਿਹਨੂੰ ਤੰਗ ਕਰਦਾ ਹੈਗਾ ਕੈਪਟਨ ਐਬਸੋਲੂਟ ਨੂੰ ਫਿਰ ਕੀ ਹੁੰਦਾ ਕੈਪਟਨ ਐਬਸੋਲੂਟ ਅੱਗੇ ਕੀ ਕਰਦਾ ਆ ਦ ਲੇਟਰ ਵੈਂਟ ਆਊਟ ਐਂਡ ਬੁਲੀਡ ਹਿਸ ਮੈਨ ਫੈਗ ਤੇ ਉਹ ਅੱਗੇ ਜਾਂਦਾ ਤੇ ਉਹ ਜਾ ਕੇ ਆਪਣੇ ਨੌਕਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਵੇਅਰ ਅਪਨ फैग वेंट डाउन स्टेयर्स उसका जोड़ा नौकर हैगा वो थले जाता हैगा पौड़ियां तो थले उतर के जाता हैगा एंड किक द पेज बॉय तो वो पेज बॉय जोड़ा अगे वो बहरा लगा हुंदा पेज बॉय उसनू किक करदा उसनू ठुड्डे मारदा प्रोबेबली मैन हू सैड टॉप टू द लिफ्टमैन वॉज really only getting back on his employer who had not said good morning to him because he himself had been henpecked at breakfast by his wife. ਇੱਥੇ ਕਹਿੰਦਾ ਵੀ ਇੱਕ ਸਾਰਾ ਵਿਸ਼ੀਅਸ ਸਰਕਲ ਹੈ ਲਾਈਫ ਦੇ ਵਿੱਚ ਜਦੋਂ ਇੱਕ ਬੰਦਾ ਦੂਜੇ ਬੰਦੇ ਦੇ ਨਾਲ ਬੈਡ ਮੈਨਰਸ ਨਾਲ ਪੇਸ਼ ਆਉਂਦਾ ਮਾੜਾ ਵਿਵਹਾਰ ਕਰਦਾ ਵਾਟ ਇਜ਼ ਦੈਟ ਉਹ ਕਹਿੰਦਾ ਇੱਕ ਵਿਸ਼ੀਅਸ ਸਰਕਲ ਹੈ ਜਿੱਦਾਂ ਦੇਖੋ ਕਿ ਲਿਫਟਮੈਨ ਹੈਗਾ ਲਿਫਟਮੈਨ ਜਿਹੜਾ ਸੀਗਾ ਉਹਨੇ ਉਹ ਡਿਮਾਂਡ ਕਰਦਾ ਸੀ ਟੌਪ ਪਲੀਜ਼ ਉਸਨੇ ਟੌਪ ਪਲੀਜ਼ ਨਹੀਂ ਕਿਹਾ ਉਸਨੇ ਟੌਪ ਕਿਹਾ ਉਹਨੇ ਉਹਨੂੰ ਬਾਹਰ ਸੁੱਟ ਦਿੱਤਾ ਹੁਣ ਇਹ ਵੀ ਤਾਂ ਹੋ ਸਕਦਾ ਸੀ ਕਿ ਜਿਹੜਾ ਪੈਸੰਜਰ ਆਇਆ ਸੀ ਉਹ ਵੀ ਕਿਸੇ ਤੋਂ ਦੁਖੀ ਹੋ ਕੇ ਆਇਆ ਹੋਏ हो सकता अपने इंप्लॉयर तो दुखी होके आया हो सकता जिहड़ा ओहदा इंप्लॉयर सीगा वो अपनी वाइफ तो दुखी होके आया होए ते जिहड़ी ओहदी वाइफ हैगी है ये भी हो सकता कि ओहदे नाल ओहदी मेड लड़ पई होवे मतलब कि ये एक विशियस सर्कल है गुस्से दा ये तां ही कंट्रोल हो सकता जे असी अपनी जिंदगी दे विच कॉमन कर्टसीज थैंक यू एंड प्लीज़ दी एडिशन करते जाइए इसी तरह अगले पेज के उत्ते तुसी देखोगे कि कनैक्शन आ जाता एक कंडक्टर की एग्जाम्पल वो दिंदा हैगा कि जिहड़े कंडक्टर हैगे ने ना वो आम तौर पर सवारियां नूं की समझते ने नैचुरल एनीमीज़ कि जिहड़ियां सवारियां ने उन्हां दियां एक कुदरती तौर पर दुश्मन चीज़ां ने उन्हां दे नाल कदे भी तुसी बसां विच सफ़र करोगे तुसी एक गल नूं फील करोगे कोई एक कर्मा वाला कंडक्टर होएगा जिहदा बिहेवियर अपनियां ਜਿਹੜੀਆਂ ਬੋਰਡਡ ਪਰਸਨਸ ਹੈਗੇ ਨੇ ਜਿਹੜੀਆਂ ਸਵਾਰੀਆਂ ਬੈਠੀਆਂ ਹੋਈਆਂ ਨੇ ਉਹਨਾਂ ਦੇ ਨਾਲ ਬਹੁਤ ਗੁੱਡ ਹੋਏ ਅਦਰਵਾਈਜ਼ ਇਹਨਾਂ ਦਾ ਬਿਹੇਵੀਅਰ ਜਿਹੜਾ ਉਹ ਠੀਕ ਨਹੀਂ ਹੁੰਦਾ ਉਹ ਸਮਝਦੇ ਨੇ ਕਿ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੀਆਂ ਨੈਚੁਰਲ ਐਨੀਮੀਜ਼ ਹੈਗੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਬੁਲੀ ਕਰਦੇ ਨੇ ਉਹਨਾਂ ਨੂੰ ਬੱਗ ਕਰਦੇ ਨੇ ਉਹਨਾਂ ਨੂੰ ਮਿਸਬਿਹੇਵੀਅਰ ਕਰਦੇ ਨੇ ਵਧੀਆ ਸ਼ਬਦ ਨਹੀਂ ਬੋਲੇ ਜਾਂਦੇ ਬਟ ਇੱਥੇ ਉਹ ਕੋਟ ਕਰਦਾ ਹੈ कि एक पासे तो अनफ्रेंडली कंडक्टर के नाल वाह पैंदा पेज नंबर 53 के उत्ते एग्जाम्पलीफाई करता तो कहता कि मैनू बड़ी हैरानगी हुई कि वंस अपन अ टाइम आई कम टू इन कॉन्टैक्ट विद द कंडक्टर हू वॉज वेरी गुड कहता की होया कि मैं बस में सवार हो गया तो फिर की होया हैविंग पेज नंबर 54 हैविंग सर्च्ड माई पॉकेट्स इन वेन फॉर स्ट्रे कॉपर्स मैं अपने जी वो करंसी सी स्ट्रे कॉपर्स मैं कहता वो लभने शुरू किए अपनी जेब के विचों कि मैं किराया दे सका एंड हैविंग फाउंड आई वॉज अटरली पैनीलैस बिना पैसे तो मैं देखा कि मेरी जेब च तो कोई पैसा ही नहीं है आई टोल्ड द कंडक्टर विद एन ऑनेस्ट ए फेस एज आई कुड एज्यूम आई कुड पे द फेयर मैं दसिया कि मैं किराया तो दे सकता हाँ मस्ट गो बैक फॉर मनी मैनू पैसे लैन वापस जाना पएगा ओ यू नीड नॉट गेट ऑफ तेनू उतरन की लोड़ नहीं है दैट इज़ ऑल राइट सैड ही उसने कहा ऑल राइट सैड बट हैव नॉट ए कॉपर ऑन मी पर मेरे को तो कोई सिक्का नहीं है ओ
I will book you through, मैं तेनू टिकट दे दिंदा हाँ. He replied, where do you want to go, तुसी कित्थे जाना चाहुंदे हो? And he handed me a ticket for anywhere from the bank to Hong Kong. I said it was very kind of him and told him where I wanted to go. मैनू ओदी दयालता बड़ी चंगी लगी ते उसनू दस्सिया कि मैं कित्थे जाना है. As he gave me the ticket, I said, but where shall I send the fare? मैं पूछया कि किराया कित्थे देवां. Oh, you will see me someday, all right. जिद्दन तू मैनू मिलिया उद्दन किराया दे दें. He said cheerfully, उसने बड़ी खुशी खुशी नाल कहा. And he turned to go, ते वो गां चला गया, मुड़ के अगे चला गया. And then luckily my fingers still wandering in the corners of my pocket. पर अजे भी मेरियां उंगलां जेबां दे विच सिक्कियां नू लभ रहीआं सन. Lighted on a shilling, एक शिलिंग मेरे हाथ लग गया. And account was cleared, ते सारा लेखा जोखा मुक गया. But the fact did not lessen the glow of pleasure which so good natured and action had given me. पर जेड़ा चमक सी खुशी दी वो बिल्कुल भी गायब ना हुई क्योंकि मैनू एक चंगे व्यवहार वाले व्यक्ति तो मिली सी. A few days after my most sensitive toe was trampled on rather heavily as I sat reading on the top of the bus. कहता एक बार फिर कुछ दिनों के बाद की गल है कि मेरा पैर कुचलिया गया. मैं बस से डबल डेकर बस की गल कर रहा जो कहता ना आई सैट रीडिंग ऑन द टॉप ऑफ द बस. डबल डेकर बस है वो जो दूजे डेक दे विच बैठा होया उहदा पैर कुचलिया गया. आई लुकड अप विद सम एंगर एंड मोर एगनी. मैं बड़े गुस्से दे नाल देखिया. एंड सॉ माई फ्रेंड ऑफ चीयरफुल कॉन्टेनेंस, तो मैं देखिया वो बहुत खुशगवार वही व्यक्ति सी. सॉरी सर, ही सैड, उसने मेरे को माफ़ी मंगी. आई नो दीज आर हैवी बूट्स, मेरे बूट बहुत भारे ने. गॉट दैम बिकॉज माई ओन फीट गॉट ट्रॉड ऑन सो मच एंड नाउ आई एम ट्रेडिंग ऑन अदर पीपल्स. होप आई डिड नॉट हर्ट यू सर. कहता उन्हें मैनू कहा कि मैं तुहाडा पैर बहुत जोर दी कुचलिया है पर पता नहीं थोनू किन्नी क सट लगी है. ही हैड हर्ट मी बट ही वॉज सो नाइस अबाउट इट दैट आई अश्योर्ड हिम ही हैड नॉट. मैनू कहता दुख तो बहुत लगा सी, मेरा पैर बहुत बुरी तरह नाल कुचल होया सी पर मैं उन्होंने महसूस नहीं होने दिता. After this I began to observe him whenever I boarded his bus. उस तो बाद मैं उसनू ऑबजर्व करना शुरू किया, उसका बिहेवियर देखना शुरू किया जदों भी मैं बस से सवार हुंदा. And found a curious pleasure in the constant good nature of his bearing. He seems to have an exhaustible fund of patience and gift for making his passengers comfortable. वो अपने यात्रुओं नू बड़ा कंफर्टेबल रखदा सी ते ओहदे कोल बहुत ज़्यादा पेशेंस सीगा, सबर सीगा. I noticed that if it was raining he would run up the stairs to give someone the tip that there was room inside. With old people he was as considerate as a son. बजुर्गों दे नाल वो एक पुत्रां वाला व्यवहार करदा सी. And children as a father. He had evidently a warm place in his heart for young people. ते वो जवान लोकां दे नाल भी बड़ा वधिया व्यवहार रखदा सी. And always indulged in some मैरी जेस्ट विद दैम, ते वो हास्य मजाक भी चंगे कर लेंदा सी. इफ ही हैड अ ब्लाइंड मैन ऑन बोर्ड, जे कोई अन्ना आदमी बस से सवार हो जाता, इट वॉज नॉट इनफ टू सैट हिम डाउन सेफली ऑन द पेवमेंट. वो उसनू पेवमेंट हुंदा पैदल तुरन वाले रस्ते तो बड़ी सेफली उन्होंने लंघा के आउंदा. इट वुड कॉल टू बिल इन फ्रंट ऑफ वेट while he took him across the road. जिन्नी देर तक उन्होंने पार ना करा आंदा वो कहता कि मेरी इंतज़ार की जाए राउंड द कॉर्नर और अदरवाइज सेफली ऑन हिज वे. इन शॉर्ट आई फाउंड इस तरह वो दसदा कि वो की सी cheerfulness सी, वो काइंडनैस सी. ही वॉज ऑफ ए गुड टेंपर्ड, ਉਹਦਾ ਉਹ ਬੜਾ ਚੰਗੇ ਸੁਭਾਅ ਵਾਲਾ ਸੀ. ਗੁੱਡ ਟੈਂਪਰ ਸੀ ਉਹਦੇ ਵਿੱਚ, ਬੈਡ ਟੈਂਪਰ ਨਹੀਂ ਸੀ. ਤੇ ਇਸੇ ਤਰੀਕੇ ਨਾਲ ਉਹ ਇਹੀ ਗੱਲ ਕਹਿੰਦਾ ਕਿ ਇੱਕ ਵਾਰੀ ਬਹੁਤ ਅੱਛੀ ਗੱਲ ਕਹੀ ਸੀ ਕੀਟਸ ਨੇ. ਕੀਟਸ ਇੱਕ ਇੰਗਲਿਸ਼ ਦਾ ਰਾਈਟਰ ਹੈ ਜਿਹਨੇ ਬਹੁਤ ਅੱਛੀ ਪੋਇਟਰੀ ਲਿਖੀ ਆ. ਅੱਗੇ ਉਹ ਪੈਰੇ ਦੇ ਵਿੱਚ ਉਹਨੂੰ ਕੋਟ ਕਰਦਾ, ਨਥਿੰਗ ਕਲੀਅਰਸ ਅਪ ਮਾਈ ਸਪਿਰਿਟ ਲਾਈਕ ਦਾ ਫਾਈਨ ਡੇ. ਕਹਿੰਦਾ ਵੀ
ਇਨਸਾਨ ਕਦੋਂ ਗੁੱਡ ਮਹਿਸੂਸ ਕਰਦਾ, ਕਦੋਂ ਵਧੀਆ ਮਹਿਸੂਸ ਕਰਦਾ, ਜਦੋਂ ਉਹਦੇ ਨਾਲ ਦਿਨ ਵਿੱਚ ਚੰਗੀਆਂ ਗੱਲਾਂ ਵਾਪਰਨੀਆਂ ਸ਼ੁਰੂ ਹੋ ਜਾਣ। ਤੇ ਇਸੇ ਹੀ ਤਰ੍ਹਾਂ ਜਿਹੜੀਆਂ ਹੈਗੀਆਂ ਨੇ ਗੁੱਡ ਸਿਵੈਲਿਟੀਜ਼, ਚੰਗਾ ਜਿਹੜਾ ਹੈਗਾ ਕਿਰਦਾਰ ਤੁਹਾਨੂੰ ਮਿਲਦੇ ਨੇ, ਚੰਗੇ ਵਿਅਕਤੀ ਮਿਲਦੇ ਨੇ, ਤੇ ਉਹ ਇਹਦੇ ਨਾਲ ਸਾਰਾ ਕੁਝ ਵਧੀਆ ਹੋ ਜਾਂਦਾ। ਅੱਗੇ ਉਹ ਵਰਡਸਵਰਥ ਦੀ ਵੀ ਕੋਟ ਕਰਦਾ, ਔਨ ਦਾ ਲੋਨਲੀ ਮੂਡ ਆਈ ਸੀ ਨੋ ਰੀਜ਼ਨ ਵਾਈ ਲੈਸਰ ਪੀਪਲ ਸ਼ੁੱਡ ਟੇਕ lessons in conduct from the one who shows very modest calling may be dignified by good temper and kind feelings। ਸਾਰਾ ਲੈਸਨ ਜਿਹੜਾ ਉਹ ਕਾइंड ਫੀਲਿੰਗ ਤੇ ਆਧਾਰਿਤ ਹੈਗਾ। ਪਲੀਜ਼, ਥੈਂਕ ਯੂ, ਜਿਹੜੀਆਂ ਸੋਸ਼ਲ ਸਿਵੈਲਿਟੀਜ਼ ਨੇ ਉਹਨਾਂ ਦੇ ਉੱਤੇ ਇਹ ਹੈਗਾ। ਉਹ ਕਹਿੰਦਾ ਕਿ ਜੇ ਲੋਕ ਪੋਲਾਈਟਨੈਸ ਨਾ ਰੱਖਦੇ, ਜੇ ਲੋਕਾਂ ਦਾ ਸੁਭਾਅ ਨਮਰ ਨਾ ਹੁੰਦਾ, ਫਿਰ ਕੀ ਹੁੰਦਾ ਕਿ ਸ਼ਹਿਰ ਦੇ ਜਿਹੜੇ ਪਰਨਾਲੇ ਨੇ ਨਾ, ਉਹ ਜਿਹੜੇ ਗਟਰਸ ਨੇ, ਉਹ ਖੂਨ ਦੇ ਨਾਲ ਹੀ ਭਰੇ ਰਹਿਣੇ ਸਨ। ਇੱਥੇ ਐਂਡ ਵਿੱਚ ਤੁਸੀਂ ਆਓ ਇਸ ਪੇਜ ਤੇ, ਉੱਥੇ ਕੋਟ ਕਰਦਾ ਇੱਕ ਹੋਰ ਐਗਜ਼ਾਮਪਲ, The polite man may lose the material advantage but he always has a spiritual victory। ਕਹਿੰਦਾ ਇੱਕ ਜਿਹੜਾ ਪੋਲਾਈਟ ਵਿਅਕਤੀ ਹੈਗਾ ਨਾ, ਤੁਹਾਨੂੰ ਹੋ ਸਕਦਾ ਕਿ ਆਰਥਿਕ ਤੌਰ ਤੇ ਜਾਂ ਮਟੀਰੀਅਲ ਤੌਰ ਤੇ ਕੋਈ ਫਾਇਦਾ ਨਾ ਹੋਇਆ ਹੋਵੇ, ਤੁਹਾਡਾ ਨੁਕਸਾਨ ਹੋ ਗਿਆ ਹੋਵੇ, ਬਟ ਸਪਿਰਚੁਅਲ ਵਿਕਟਰੀ ਤਾਂ ਉਸ ਵਿਅਕਤੀ ਦੇ ਨਾਲ ਰਹਿੰਦੀ ਹੈ ਜਿਹੜਾ ਬੰਦਾ ਕੀ ਹੈ, ਸੁਭਾਅ ਦਾ ਪੋਲਾਈਟ ਹੈਗਾ। I commend to the liftman's story of Chesterfield in his time the London streets were without pavements of today। ਕਹਿੰਦਾ ਜਦੋਂ ਚੈਸਟਰਫੀਲਡ ਦੀ ਸਟੋਰੀ ਉਹ ਕੋਟ ਕਰਦਾ ਹੈਗਾ ਕਿ ਉਹ ਸਮਾਂ ਸੀ ਜਦੋਂ ਲੰਡਨ ਦੀਆਂ ਸੜਕਾਂ ਜਿਹੜੀਆਂ ਸੀ ਉਹਨਾਂ ਦੇ ਪੇਵਮੈਂਟ ਨਹੀਂ ਸੀ ਹੁੰਦੇ, ਪੈਦਲ ਤੁਰਨ ਵਾਲੇ ਰਸਤੇ ਉਹਨਾਂ ਤੇ ਨਹੀਂ ਬਣੇ ਹੁੰਦੇ ਸੀ। ਐਂਡ men who took the wall had the driest footing। I never gave the wall to the scoundrel, said a man who met the Chesterfield one day in a street। I always do, said Chesterfield, stopping with a bow into the road। I hope the liftman will agree that his revenge was much more sweet than if he had flung the fellow into the mud। ਕਹਿੰਦਾ ਜੇ ਉਹ ਬੰਦੇ ਨੂੰ ਚਿੱਕੜ ਵਿੱਚ ਸੁੱਟ ਦਿੰਦਾ ਤੇ ਫਿਰ ਉਹਦਾ ਗੁੱਸਾ ਕਿਵੇਂ ਦਾ ਹੁੰਦਾ। ਮਤਲਬ ਇਹ ਸਾਰਾ ਜਿਹੜਾ ਲੈਸਨ ਹੈਗਾ ਆ ਤੁਹਾਡੇ ਸਿਵੈਲਿਟੀਜ਼ ਦੇ ਨਾਲ, ਤੁਹਾਡੀਆਂ ਕਰਟਸੀਜ਼ ਦੇ ਨਾਲ ਰਿਲੇਟ ਕਰਦਾ। ਇਸ ਚੈਪਟਰ ਦੇ ਕੁਝ ਕੁਐਸਚਨਸ ਮੈਂ ਤੁਹਾਨੂੰ ਬਲੈਕ ਬੋਰਡ ਤੇ ਕਰਾ ਦਿੰਦੀ ਹਾਂ, ਕੁਝ ਮੈਂ ਤੁਹਾਨੂੰ ਜ਼ਬਾਨੀ ਕੋਟ ਕਰਾਂਗੀ। ਪਹਿਲਾ ਕੁਐਸਚਨ ਜਿਹੜਾ ਪਿਆਰੇ ਵਿਦਿਆਰਥੀਓ ਇਸ ਲੈਸਨ ਚੋਂ ਬਣਦਾ, ਔਨ ਸਾਈਨ ਪਲੀਜ਼ ਬਾਈ A.G. ਗਾਰਡੀਨਰ। ਆਈ ਵਾਜ਼ ਦਾ ਪੈਸੰਜਰ ਹਰਲਡ ਆਊਟ ਆਫ ਦਾ ਲਿਫਟ। ਯਾਤਰੀ ਨੂੰ ਲਿਫਟ ਵਿੱਚੋਂ ਕਿਉਂ ਸੁੱਟ ਦਿੱਤਾ ਜਾਂਦਾ? ਫॉर ਨॉट ਸੇਇੰਗ ਟॉप ਪਲੀਜ਼ ਟੂ ਦਾ ਲਿਫਟਮੈਨ। ਕਿਉਂਕਿ ਲਿਫਟਮੈਨ ਨੂੰ ਉਹਨੇ ਟॉप ਦੇ ਨਾਲ ਪਲੀਜ਼ ਸ਼ਬਦ ਨਹੀਂ ਕਿਹਾ ਸੀ, ਉਸਨੇ ਕਿਹਾ ਸੀ ਕਿ ਮੈਂ ਟॉप ਤੇ ਜਾਣਾ, ਇਹ ਨਹੀਂ ਕਿਹਾ ਸੀ ਟॉप ਪਲੀਜ਼। ਪਲੀਜ਼ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਸੀ। ਹਾਊ ਕੁਡ ਦਾ ਲਿਫਟਮੈਨ ਰੈਸਟੋਰ ਹਿਜ਼ ਇਕੁਇਲਿਬਰੀਅਮ। ਜਿਹੜਾ ਲਿਫਟ ਚਾਲਕ ਸੀਗਾ ਉਹ ਆਪਣੇ ਗੁੱਸੇ ਤੇ ਕਿਵੇਂ ਕਾਬੂ ਕਰ ਸਕਦਾ ਸੀ, ਕਿਵੇਂ ਆਪਣਾ ਇਕੁਇਲਿਬਰੀਅਮ ਹੁੰਦਾ ਬੈਲੈਂਸ ਬਣਾਉਣਾ। ਬਾਏ ਸ਼ੋਇੰਗ ਐਂਗਰ ਔਨ ਹਿਜ਼ ਵਾਈਫ। ਉਹਨੂੰ ਵੀ ਜ਼ਰੂਰ ਜਾ ਕੇ ਗੁੱਸਾ ਜਿਹੜਾ ਸੀਗਾ ਆਪਣੀ ਵਾਈਫ ਤੇ ਕੱਢਣਾ ਪੈਣਾ ਸੀ। ਮਤਲਬ ਕਿ ਗੁੱਸਾ ਇੱਕ ਮਾੜੀ ਚੀਜ਼ ਹੈ, ਇੱਕ ਵਿਸ਼ੀਅਸ ਸਰਕਲ ਹੈ, ਇਹਦਾ ਅੱਗੇ ਤੋਂ ਅੱਗੇ ਕੈਰੀ ਔਨ ਹੁੰਦਾ ਰਹਿੰਦਾ। ਡੈਸਕ੍ਰਾਈਬ ਦਾ ਵਿਸ਼ੀਅਸ ਸਰਕਲ। ਵਿਸ਼ੀਅਸ ਹੁੰਦਾ ਦੁਸ਼ਵਾਰ ਚੱਕਰ। that possibly led the liftman's outburst। outburst ਹੁੰਦਾ ਗੁੱਸਾ। ਉਹ ਵਿਸ਼ੀਅਸ ਸਰਕਲ ਦੱਸੋ ਜਿਹਦੇ ਨਾਲ ਲਿਫਟਮੈਨ ਨੂੰ ਬਹੁਤ ਗੁੱਸਾ ਆਇਆ। ਬੈਡ ਮੈਨਰਸ ਫਾਰਮ ਹੈ ਵਿਸ਼ੀਅਸ ਸਰਕਲ। ਜਦੋਂ ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਅਕਸਰ ਲੜਾਈਆਂ ਹੁੰਦੀਆਂ ਨੇ ਸਿਰਫ ਇਸੇ ਵਿਸ਼ੀਅਸ ਸਰਕਲ ਦੇ ਕਰਕੇ। ਇੱਕ ਬੰਦਾ ਗਾਲ ਕੱਢ ਦਿੰਦਾ, ਉਹ ਅੱਗਿਓਂ ਗਾਲ ਕੱਢ ਦਿੰਦਾ ਤੇ ਸਿਰ ਪੜ ਜਾਂਦੇ ਨੇ। ਬੈਡ ਮੈਨਰਸ ਫਾਰਮ ਹੈ ਵਿਸ਼ੀਅਸ ਸਰਕਲ। ਮਾੜੇ ਜਿਹੜੀ ਸ਼ਿਸ਼ਟਾਚਾਰ ਹੈਗੇ ਨੇ ਉਹ ਇੱਕ ਦੁਸ਼ਵਾਰ ਚੱਕਰ ਬਣਾ ਦਿੰਦੇ ਨੇ। ਲਿਫਟਮੈਨ ਫੈਲਟ ਹਰਟ ਬਾਈ ਦਾ ਰਿਊਡਨੈਸ ਆਫ ਦਾ ਪੈਸੰਜਰ। ਲਿਫਟਮੈਨ ਬਹੁਤ ਹਰਟ ਹੋਇਆ ਕਿਹਦੇ ਤੋਂ? ਮਾੜੇ ਵਿਵਹਾਰ ਕਰਕੇ। ਰਿਊਡਨੈਸ ਹੁੰਦਾ ਮਾੜਾ ਵਿਵਹਾਰ, ਯਾਤਰੀ ਦੇ ਮਾੜੇ ਵਿਵਹਾਰ ਤੋਂ। ਪੈਸੰਜਰਸ ਮਸਟ ਹੈਵ ਹਰਟ ਬਾਈ ਹਿਸ ਇੰਪਲੋਇਰ। ਤੇ ਹੋ ਸਕਦਾ ਜਿਹੜਾ ਪੈਸੰਜਰ ਸੀ ਉਹ ਆਪਣੇ ਇੰਪਲੋਇਰ ਤੋਂ ਦੁਖੀ ਹੋਇਆ ਹੋਏ। ਐਂਡ ਟੂ ਇੰਪਲੋਇਰ ਹਿਸ ਵਾਈਫ ਮਸਟ ਹੈਵ ਸਕੋਲਡਡ। ਹੋ ਸਕਦਾ ਕਿ ਜਿਹੜਾ ਇੰਪਲੋਇਰ ਸੀ ਉਹਨੂੰ ਉਹਦੀ ਵਾਈਫ ਨੇ ਸਕੋਲਡ ਕੀਤਾ ਹੋਏ। ਵਾਟ ਇਜ਼ ਦਾ ਫਸਟ ਰਿਕੁਆਇਰਮੈਂਟ ਆਫ ਸਿਵਿਲਿਟੀ। ਸਿਵਿਲਿਟੀ ਜਾਂ ਸ਼ਿਸ਼ਟਾਚਾਰ ਹੋਣ ਦੀ ਪਹਿਲੀ ਰਿਕੁਆਇਰਮੈਂਟ ਕੀ ਹੈ? ਟੂ ਸ਼ੋ ਲਿਟਲ ਕਰਟਸੀਜ਼, ਕਿ ਚੰਗੇ ਸ਼ਿਸ਼ਟਾਚਾਰਾਂ ਨੂੰ ਦਿਖਾਇਆ ਜਾਵੇ। ਲਿਟਲ ਹੁੰਦੀਆਂ ਛੋਟੀਆਂ ਛੋਟੀਆਂ, ਕਰਟਸੀਜ਼ ਹੁੰਦੀਆਂ ਨੇ ਅਕਲ। ਇਹ ਸੀ ਤੁਹਾਡੇ ਮੇਨ ਕੁਐਸਚਨਸ। ਇਹਦੇ ਨਾਲ ਰਿਲੇਟਡ ਮੈਂ ਕੁਝ ਕੁਐਸਚਨ ਹੁਣ ਬੋਲਾਂਗੀ, ਤੁਸੀਂ ਉਹਨੂੰ ਫੋਲੋ ਕਰ ਲੈਣਾ ਚੰਗੀ ਤਰ੍ਹਾਂ। ਨੰਬਰ 5,
what serves at little courtesies in our daily life? ਸਾਡੀਆਂ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਲਿਟਲ courtesies ਕਿਹੜੀਆਂ-ਕਿਹੜੀਆਂ ਨੇ? Please and thank you. 5th question ਦਾ ਆਨਸਰ ਹੈ please and thank you. ਮੈਂ ਬਹੁਤ ਛੋਟੇ ਕੁਐਸਚਨ ਕਰਾ ਰਹੀ ਹਾਂ ਸੋ ਦੈਟ ਯੂ ਕੁਡ ਕੈਰੀ ਇਟ, ਤੁਹਾਨੂੰ ਸਮਝ ਆ ਜਾਵੇ, ਤੁਸੀਂ ਇਸ ਤੋਂ ਲਾਹਾ ਲੈ ਸਕੋ। Question number 6, what does a conductor in the bus generally think about the passengers? ਜਿਹੜੇ ਕੰਡਕਟਰ ਨੇ ਬੱਸਾਂ ਦੇ ਵਿੱਚ ਸਵਾਰੀਆਂ ਨੂੰ ਕਿਵੇਂ ਸਮਝਦੇ ਨੇ? Natural enemies, NATURAL, natural enemies, ENEMIES, ਕੁਦਰਤੀ ਦੁਸ਼ਮਣ। ਅਗਲਾ ਕੁਐਸਚਨ ਹੈਗਾ 7th, why was the narrator annoyed at himself in the bus? ਆਪਣੇ ਆਪ ਦੇ ਨਾਲ ਲੇਖਕ ਬੱਸ ਦੇ ਵਿੱਚ ਨਾਰਾਜ਼ ਕਿਉਂ ਹੋ ਗਿਆ? when he boarded in the bus there was no money with him, ਉਹਦੇ ਕੋਲ ਕੋਈ ਮਨੀ ਨਹੀਂ ਸੀ। ਉਹਨੇ ਆਪਣੀਆਂ ਪਾਕਟਸ ਨੂੰ ਦੇਖਿਆ। he had boarded in bus without money in his pocket, so he was annoyed with himself. Describe the glow of pleasure that the narrator experienced. ਜਿਹੜਾ glow of pleasure ਕਿੱਥੋਂ ਆਇਆ? when he saw, ਜਦੋਂ ਉਸਨੇ ਦੇਖਿਆ conductor's willingness to give him ticket, ਜਦੋਂ ਉਹਨੇ ਦੇਖਿਆ ਕਿ ਕੰਡਕਟਰ ਤਿਆਰ ਹੋ ਗਿਆ ਉਹਨੂੰ ਟਿਕਟ ਦੇਣ ਦੇ ਲਈ, ਤੇ ਇਹ ਉਹਦੇ ਲਈ ਕੀ ਸੀ? the glow of pleasure. What were the good qualities of conductor? Conductor was cheerful, polite and helpful. Last question ਹੈ how could liftman have avoided the trouble? ਇਹ ਜਦੋਂ ਤੁਸੀਂ ਪਾਠ ਦੇ ਵਿੱਚ ਲਾਸਟ ਵਿੱਚ ਤੁਸੀਂ ਲਾਸਟ ਲਾਈਨ ਹੈਗੀ ਆ I hope the liftman will agree that his revenge was much more sweetened than if he had flung the fellow into the mud. ਇਹ ਵਾਲਾ ਆਨਸਰ ਇਹਦਾ ਹੈਗਾ ਲਾਸਟ ਜਿਹੜੀ ਲਾਈਨ ਹੈਗੀ ਥੋੜੇ ਚੈਪਟਰ ਦੇ ਵਿੱਚ। ਆਈ ਥਿੰਕ ਤੁਸੀਂ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੋਵੇਗਾ। ਥੈਂਕ ਯੂ ਵੈਰੀ ਮਚ।